सियासी पार्टियां के विरोध से जोगिंदर सिंह उगराहां का प्रतिक्रम सामने आया। उन्होंने बयान आया, उन्होंने कहा कि असीं सिर्फ भाजपा का विरोध करने के हक च हाँ। जे सारी पार्टियां का विरोध करांगे तो फायदा भाजपा नूं ही होवेगा। 32 किसान जथेबंदियों के फैसले से फिलहाल टिप्पणी करने तो उन्होंने इनकार कर दिता। उगराहां ने PDC न्यूज़ नाल फोन पर खास गलबात भी की, भी तुहानूं सुणावांगे, पर मुख्य तौर के उपर तुहानूं दस दईए सियासी पार्टियां के विरोध से जोगिंदर सिंह उगराहां का बयान आया। उन्होंने कहा कि असीं सिर्फ और सिर्फ भाजपा का विरोध करने के हक दे हाँ। हालांकि उन्होंने 32 किसान जथेबंदियों के फैसले से टिप्पणी करने तो इनकार कर दिता। कि कुछ उन्होंने क्या सुनवाने तुहानूं। इस वेले साडे नाल भारतीय किसान यूनियन एकता उगराहां के प्रधान जोगिंदर सिंह उगराहां जुड़ चुके हैं। उगराहां साहब, एक सवाल अहम हुण जो पंजाब के संदर्भ में लोग पूछ रहे हैं, लोग बड़ा एक इस गल नूं लैके कन्फ्यूज ने। पंजाब ਦੀਆਂ 32 जथेबंदियां कह रही हैं कि पंजाब ਦੇ ਵਿੱਚ पोलीटिकल रैलियां बैन कर ਦਿੱਤੀਆਂ ਜਾਣ और ਤੁਸੀਂ कह रहे हो कि सिर्फ बीजेपी का विरोध रहेगा। इस ते स्थिति जरूर स्पष्ट करियो कि पंजाब के लोग ਜਿਹੜੇ ਹੈਗੇ ਨੇ खास तौर पर सियासी पार्टियां भी कह रही कि फैसले ਦੇ ਨਾਲ बीजेपी ਨੂੰ ਸਿੱਧੇ तौर ਤੇ फायदा होने वाला और दूसरे तौर पर एक जी छूट जी है सत्ता धिर कांग्रेस ਨੂੰ ਦਿੱਤੀ ਗਈ कि आपके सरकारी फंक्शन जारी रखणियां रख सकदियां। ते अजिहे दे विच उगराहां जथेबंदी का की स्टैंड है जी? देखो ਅਸੀਂ ਇਹ ਸਮਝਦੇ ਹਾਂ ਵੀ ਸਾਡੇ ਮੋਰਚਿਆਂ ਨਾਲ ਸੰਬੰਧ ਹੈਗਾ ਬੀਜੇਪੀ ਦਾ। ਮੁੱਖ ਤੌਰ ਤੇ ਬੀਜੇਪੀ ਸਾਡੇ ਇਸ ਵੇਲੇ ਮੋਰਚੇ ਦੇ ਨਿਸ਼ਾਨੇ ਤੇ ਹੈ। ਮੁੱਖ ਸਾਡੀ ਜਿਹੜੀ ਪਾਵਰ ਹੈ ਦਿੱਲੀ ਦੀ ਹਕੂਮਤ ਤੇ ਉਹ ਬੀਜੇਪੀ ਦੀ ਹੈ। ਅਸੀਂ ਬੀਜੇਪੀ ਦਾ ਘਰਾਓ ਦਾ ਸੱਦਾ ਦਿੱਤਾ ਹੋਇਆ ਪਿੰਡਾਂ ਦੇ ਵਿੱਚ। ਬੀਜੇਪੀ ਦੇ ਅਸੀਂ ਫੰਕਸ਼ਨ ਕਿਤੇ ਹੋਣ ਨਹੀਂ ਦੇਵਾਂਗੇ, ਉਹਨਾਂ ਦਾ ਅਸੀਂ ਘਰਾਓ ਕਰਾਂਗੇ। ਇਹ ਸਾਡਾ ਕਾਲ ਹੈ ਤੇ ਇਸ ਤਰ੍ਹਾਂ ਦਾ ਵਰਤਾਅ ਹੋਰ ਕਿਸੇ ਜਥੇਬੰਦੀ ਦਾ, ਹੋਰ ਕਿਸੇ ਪਾਰਟੀ ਦਾ ਅਸੀਂ ਪੰਜਾਬ ਦੇ ਵਿੱਚ ਕੋਈ ਘਰਾਓ ਨਹੀਂ ਕਰਾਂਗੇ। ਇਹ ਸਾਡਾ ਫੈਸਲਾ ਆਪਣੀ ਜਥੇਬੰਦੀ ਦਾ, ਸਾਡੀ ਦਾ ਫੈਸਲਾ। जो जथेबंदियां 32 जथेबंदियां की एक मीटिंग होंदी है चंडीगढ़ ਦੇ ਵਿੱਚ ਜੀ, ਉਹ ਫੈਸਲੇ ਨੂੰ ਉਗਰਾਹਾਂ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਕਿ ਪੋਲੀਟੀਕਲ ਐਕਟੀਵਿਟੀ ਜਿਹੜੀਆਂ ਬੰਦ ਕਰ ਦਿੱਤੀਆਂ ਜਾਣ, ਬੰਦ ਹੋ ਗਈਆਂ ਨੇ, ਉਹ ਉਸ ਨੂੰ ਲੈ ਕੇ ਸਰਕਾਰੀ ਫੰਕਸ਼ਨ ਹਾਲੇ ਵੀ ਜਾਰੀ ਨੇ, ਇੱਕ ਪਾਰਟੀ ਲਗਾਤਾਰ ਕਰ ਰਹੀ ਹੈ, ਉਸ ਫੈਸਲੇ ਨੂੰ ਤੁਸੀਂ ਕਿਵੇਂ ਸਮਝਦੇ ਹੋ ਜੀ? ਦੇਖੋ ਉਹ ਤਾਂ 32 ਜਥੇਬੰਦੀਆਂ ਦਾ ਪ੍ਰੋਗਰਾਮ ਹੈ, ਉਹਨਾਂ ਨੂੰ ਕਰਨ ਦਾ ਉਹ ਜੋ ਮਰਜ਼ੀ ਕਰ ਸਕਦੇ ਨੇ, ਉਹਨਾਂ ਨੂੰ ਅਖਤਿਆਰੀ ਹੈ। ਜਦੋਂ ਸਾਨੂੰ ਆਪਣੀ ਜਥੇਬੰਦੀ ਨੂੰ ਆਪਦਾ ਫੈਸਲਾ ਕਰਨਾ, ਉਹਨਾਂ ਨੂੰ ਆਪਦੇ ਫੈਸਲੇ ਕਰਨ ਦਾ ਅਧਿਕਾਰ ਹੈ। ਉਹਨਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਫੈਸਲਾ ਕਰਦੇ। ਅਸੀਂ ਐਂ ਵੀ ਦੇਖਿਆ ਵੀ ਜੇ ਅਸੀਂ ਇਹਨਾਂ ਦਾ ਬੀਜੇਪੀ ਨੂੰ ਜਿੱਥੇ ਬੀਜੇਪੀ ਖੜੀ ਆ ਉਹੀ ਕਟਹਿਰੇ 'ਚ ਸਾਰਿਆਂ ਨੂੰ ਰੱਖਾਂਗੇ ਤਾਂ ਬੀਜੇਪੀ ਨੂੰ ਇਹਦਾ ਫਾਇਦਾ ਹੋਊਗਾ। ਇਹਦੇ 'ਚ ਕੋਈ ਰੌਲਾ ਨਹੀਂ ਜੀ। ਅਸੀਂ ਇਹ ਸਾਰੀਆਂ ਗੱਲਾਂ ਸੋਚ ਸਮਝ ਕੇ ਫੈਸਲਾ ਕੀਤਾ। ਐਂ ਤਾਂ ਨਹੀਂ ਹੈਗਾ ਵੀ ਅਸੀਂ ਅੰਨੇ ਤੋਂ ਫੈਸਲਾ ਕਰ ਲਿਆ। ਤਾਂ ਉਗਰਾਹਾਂ ਸਾਹਿਬ ਇਹ ਸਮਝਣਾ ਚਾਹੁੰਦਾ ਆ, ਸਾਰੇ ਦਰਸ਼ਕ ਵੀ ਇਹ ਸਮਝਣਾ ਚਾਹੁੰਦੇ ਨੇ, ਦੇਸ਼ ਦੇ ਵਿੱਚ ਬੈਠੇ ਕਿਸਾਨ ਵੀ ਇਹ ਸਮਝਣਾ ਚਾਹੁੰਦੇ ਨੇ ਕਿ ਜੇਕਰ ਪੰਜਾਬ ਦੇ ਵਿੱਚੋਂ ਉੱਠਿਆ ਅੰਦੋਲਨ ਜਿਹੜਾ ਹੈਗਾ, ਜਿਸ ਨੂੰ ਅੱਜ ਨੈਸ਼ਨਲ ਮੂਵਮੈਂਟ ਬਣੀ ਆ, ਕਿ ਇਸ ਨੂੰ ਪੰਜਾਬ ਤੱਕ ਸੀਮਿਤ ਕਰ ਦੇਣਾ ਇਹ ਵਾਜਬ ਹੈ? ਕਿਉਂਕਿ ਪੂਰੇ ਦੇਸ਼ ਦੇ ਵਿੱਚੋਂ ਹੀ ਤਾਂ ਪਾਰਲੀਮੈਂਟ ਦੇ ਵਿੱਚ ਨੁਮਾਇੰਦੇ ਚੁਣੇ ਜਾਣੇ ਨਾ। ਜੇਕਰ ਇਸ ਨੂੰ ਸਿਰਫ ਪੰਜਾਬ ਤੱਕ ਹੀ ਸੀਮਿਤ ਕਰ ਦਿੱਤੀ ਜਾਵੇ ਨੈਸ਼ਨਲ ਮੂਵਮੈਂਟ, ਇਹਦਾ ਨਤੀਜਾ ਕੀ ਨਿਕਲਣ ਵਾਲਾ ਹੈ ਜੀ ਫਿਰ? ਦੇਖੋ ਇਹ ਸਵਾਲ ਤਾਂ ਸਾਰੀ ਮੇਰੇ ਦਾ ਇਹ ਸਵਾਲ ਹੀ ਨਹੀਂ ਹੁੰਦੇ। ਮੈਂ ਤਾਂ ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਸਾਨੂੰ ਨੈਸ਼ਨਲ ਪੱਧਰ ਦੀ ਮੂਵਮੈਂਟ ਬਣਾਉਣੀ ਚਾਹੀਦੀ ਹੈ। ਜਿਹੜੀ ਮੂਵਮੈਂਟ ਨੂੰ ਜਿਹੜੀਆਂ ਗੱਲਾਂ ਮੂਵਮੈਂਟ ਨੂੰ ਬਲ ਬਖਸ਼ਦੇ ਨੇ ਉਹ ਗੱਲਾਂ ਕਰਨੀਆਂ ਚਾਹੀਦੀਆਂ ਨੇ। ਸਾਨੂੰ ਇਹੋ ਜਿਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਹੜੀ ਮੂਵਮੈਂਟ ਦਾ ਨੁਕਸਾਨ ਕਰਦੀ ਹੋਵੇ। ਸਾਡਾ ਤਾਂ ਇਹ ਹੈ ਵੀ ਇਸ ਵੇਲੇ ਸਾਨੂੰ ਬੀਜੇਪੀ ਮੁੱਖ ਨਿਸ਼ਾਨਾ ਬਣਾਉਣਾ ਚਾਹੀਦਾ। ਬਸ ਜੀ, ਧੰਨਵਾਦ ਉਗਰਾਹਾਂ ਸਾਹਿਬ, ਬਹੁਤ ਬਹੁਤ ਤੁਹਾਡਾ PDC ਦੇ ਨਾਲ ਜੁੜਨ ਦੇ ਲਈ ਜੀ। ਤਾਂ ਸਿਆਸੀ ਪਾਰਟੀਆਂ ਦੇ ਵਿਰੋਧ ਤੇ जोगिंदर सिंह उगराहां ਦਾ ਬਿਆਨ ਸਾਹਮਣੇ ਆਇਆ। ਉਹਨਾਂ ਸਪਸ਼ਟ ਕਰ ਦਿੱਤਾ ਕਿ ਅਸੀਂ ਸਿਰਫ ਔਰ ਸਿਰਫ ਭਾਜਪਾ ਦਾ ਵਿਰੋਧ ਕਰਨ ਦੇ ਹੱਕ 'ਚ ਹਾਂ। ਸਾਰੀ ਪਾਰਟੀਆਂ ਦਾ ਜੇਕਰ ਵਿਰੋਧ ਹੁੰਦਾ ਹੈ ਤਾਂ ਇਸ ਦਾ ਫਾਇਦਾ ਭਾਜਪਾ ਨੂੰ ਹੀ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ 32 ਕਿਸਾਨ ਜਥੇਬੰਦੀਆਂ ਦੇ ਫੈਸਲੇ ਤੇ ਫਿਲਹਾਲ ਉਹ ਟਿੱਪਣੀ ਨਹੀਂ ਕਰਨਗੇ। ਇਸ ਮੁੱਦੇ ਦੇ ਉੱਪਰ ਟਿੱਪਣੀ ਕਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸੀਏ 32 ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਰੀ ਪਾਰਟੀਆਂ ਨੂੰ ਫਿਲਹਾਲ ਚੋਣ ਪ੍ਰਚਾਰ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਕਰਦੀ ਹੈ ਪਾਰਟੀ ਚੋਣ ਪ੍ਰਚਾਰ ਤਾਂ ਉਸ ਨੂੰ ਕਿਸਾਨੀ ਅੰਦੋਲਨ ਦੇ ਖਿਲਾਫ ਸਮਝਿਆ ਜਾਵੇਗਾ। ਪਰ ਹੁਣ ਦੋ ਬਿਆਨ ਸਾਹਮਣੇ ਆਉਂਦੇ ਵਿਖਾਈ ਦੇ ਰਹੇ ਨੇ। ਇੱਕ ਤਾਂ ਹੈ 32 ਕਿਸਾਨ ਜਥੇਬੰਦੀਆਂ ਦਾ ਜਿਹੜਾ ਫੈਸਲਾ ਸੀ, ਉਸ ਤੋਂ ਉਲਟ ਹੁਣ जोगिंदर सिंह उगराहां ਦਾ ਬਿਆਨ ਸਾਹਮਣੇ ਆਇਆ, ਜਿਨ੍ਹਾਂ ਨੇ ਕਿਹਾ ਕਿ ਸਿਰਫ ਔਰ ਸਿਰਫ ਭਾਜਪਾ ਦਾ ਹੀ ਵਿਰੋਧ ਹੋਣਾ ਚਾਹੀਦਾ ਹੈ। ਸਾਰੀ ਪਾਰਟੀਆਂ ਦਾ ਜੇਕਰ ਵਿਰੋਧ ਹੁੰਦਾ ਹੈ ਤਾਂ ਇਸ ਦਾ ਫਾਇਦਾ ਸਿਰਫ ਔਰ ਸਿਰਫ ਬੀਜੇਪੀ ਨੂੰ ਹੀ ਮਿਲੇਗਾ। ਹਾਲਾਂਕਿ ਵੇਖਣਾ ਹੋਵੇਗਾ ਕਿ ਕੀ ਕੁਝ ਫੈਸਲਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਲਿਆ ਜਾਂਦਾ ਹੈ ਜਾਂ ਫਿਰ ਆਪਣਾ ਜਿਹੜਾ ਪਹਿਲਾ ਫੈਸਲਾ ਲਿਆ ਗਿਆ ਹੈ ਸਾਰੀ ਪਾਰਟੀਆਂ ਸੰਬੰਧੀ, ਉਸ ਦੇ ਵਿੱਚ ਕੋਈ ਚੇਂਜ, ਕੋਈ ਬਦਲਾਅ ਸੰਯੁਕਤ ਕਿਸਾਨ ਮੋਰਚਾ ਕਰਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ जोगिंदर सिंह उगराहां ਵੱਡੇ ਆਗੂ ਨੇ, किसान आगू जोगिंदर सिंह उगराहां का बयान तुहानूं दस रहे हैं, जिन्होंने कहा कि सिर्फ और सिर्फ भाजपा का ही विरोध होना चाहिए, सारी पार्टियों का विरोध नहीं होना चाहिए। जेकर सारी पार्टियों का विरोध होगा तो इसका फायदा सिर्फ और सिर्फ भाजपा नूं ही जाएगा। साडे सहयोगी रमन ऐसे खबर से होर अपडेट देने के लिए साडे नाल जुड़ चुके हैं फोन लाइन पर। रमन, जानना चाहांगे तुहाडे कोलों, तुसीं गल भी कीती
ਜੋਗਿੰਦਰ ਸਿੰਘ ਉਗਰਾਹਾਂ ਨਾਲ ਕੀ ਕੁਝ ਹੋਰ ਉਹ ਕਹਿੰਦੇ ਵਿਖਾਈ ਦਿੱਤੇ ਤੇ ਕੀ ਸਮਝਿਆ ਜਾਵੇ, ਕਿਸ ਢੰਗ ਦੇ ਨਾਲ ਵੇਖਿਆ ਜਾ ਰਿਹਾ ਹੈ 32 ਕਿਸਾਨ ਜਥੇਬੰਦੀਆਂ ਵੱਲੋਂ ਲਿਆ ਗਿਆ ਫੈਸਲਾ? ਜਿਵੇਂ ਤਾਂ ਬਿਲਕੁਲ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੇ ਆਪ ਨੂੰ 32 ਜਥੇਬੰਦੀਆਂ ਦੇ ਫੈਸਲੇ ਤੋਂ ਵੱਖ ਕਰਦੇ ਹੋਏ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹ ਪਹਿਲੇ ਦਿਨ ਦੇ ਫੈਸਲੇ ਤੇ ਆਪਣੇ ਤੇ ਸਟੈਂਡ ਕਰਦੇ ਨੇ। ਉਹਨਾਂ ਨੇ ਕਿਹਾ ਸੀ ਕਿ ਸਿਰਫ ਪੰਜਾਬ ਦੇ ਵਿੱਚ ਭਾਜਪਾ ਦਾ ਔਰ ਭਾਜਪਾ ਦੇ ਨਾਲ ਸਮਰਥਨ ਦੇਣ ਵਾਲੀਆਂ ਜਿਹੜੀਆਂ ਪਾਰਟੀਆਂ ਉਹਨਾਂ ਦਾ ਹੀ ਜਿਹੜਾ ਹੈਗਾ ਬਾਈਕਾਟ ਜਾਰੀ ਰਹੇਗਾ, ਉਹਨਾਂ ਦੇ ਪ੍ਰੋਗਰਾਮਾਂ ਦਾ ਹੀ ਅਸੀਂ ਬਾਈਕਾਟ ਕਰਾਂਗੇ। ਤਾਂ ਅੱਜ ਉਹਨਾਂ ਨੇ ਇੱਕ ਵਾਰ ਫੇਰ ਦੁਹਰਾਇਆ ਕਿ ਭਾਵੇਂ ਪੰਜਾਬ ਦੀਆਂ ਜਥੇਬੰਦੀਆਂ ਇਤਫਾਕ ਨਹੀਂ ਰੱਖਦੀਆਂ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਪ੍ਰੋਗਰਾਮ ਹੋਣ, ਪਰ ਉਹਨਾਂ ਤੇ ਕੋਈ ਵੀ ਟਿੱਪਣੀ ਨਾ ਕਰਦੇ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਕਲੀਅਰ ਸਟੈਂਡ ਆ, ਅਸੀਂ ਭਾਜਪਾ ਦੇ ਪਹਿਲੇ ਦਿਨ ਤੋਂ ਵਿਰੋਧ ਕਰਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਹੀ ਭਾਜਪਾ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਾਂਗੇ ਔਰ ਵਿਰੋਧ ਲਗਾਤਾਰ ਸਾਡਾ ਜਾਰੀ ਰਹੇਗਾ। ਨਾਲ ਦੀ ਨਾਲ ਉਹਨਾਂ ਕਿਹਾ ਕਿ ਮਿਸ਼ਨ ਉੱਤਰਾਖੰਡ, ਮਿਸ਼ਨ ਯੂਪੀ ਜਿਹੜਾ ਹੈਗਾ ਉਹ ਵੀ ਭਾਜਪਾ ਨੂੰ ਹਰਾਉਣ ਦੇ ਲਈ, ਤਾਂ ਜੋ ਕੇਂਦਰ ਦੇ ਵਿੱਚ ਸੱਤਾ ਤੇ ਕਾਬਜ਼ ਪਾਰਟੀ ਨੂੰ ਹਟਾਇਆ ਜਾਵੇ ਔਰ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਅੱਗੇ ਲੜਾਈ ਲੜੀ ਜਾਵੇ। ਤਾਂ ਉਹਨਾਂ ਨੇ ਇੱਕ ਵਾਰ ਫਿਰ ਜਿਹੜਾ ਹੈਗਾ 32 ਜਥੇਬੰਦੀਆਂ ਦੇ ਉਸ ਫੈਸਲੇ ਨੂੰ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਔਰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਭਾਜਪਾ ਦਾ ਹੀ ਵਿਰੋਧ ਕੀਤਾ ਜਾਵੇ, ਦੂਸਰੀਆਂ ਪਾਰਟੀਆਂ ਵਿਰੋਧ ਕਰਕੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਦੀ ਸਿੱਧੇ ਤੌਰ ਤੇ ਕੋਸ਼ਿਸ਼ ਨਾ ਕੀਤੀ ਜਾਵੇ। ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਭਾਜਪਾ ਦਾ ਹੀ ਵਿਰੋਧ ਹੋਣਾ ਚਾਹੀਦਾ ਹੈ, ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਕਿ ਰਮਨ ਇਸ ਦੇ ਉੱਪਰ ਕੋਈ ਹਾਲੇ ਤੱਕ ਪ੍ਰਤੀਕਰਮ ਨਿਕਲ ਕੇ ਸਾਹਮਣੇ ਆਇਆ? ਅਮਿਤ, ਜੋ ਹੁਣ ਕੱਲ ਦੇ ਫੈਸਲੇ ਤੋਂ ਬਾਅਦ ਜੋ ਲਗਾਤਾਰ ਇੱਕ ਰਾਏ ਬਣਦੀ ਜਾ ਰਹੀ ਹੈ ਬੁੱਧੀਜੀਵੀ ਵਰਗ ਦੇ ਵਿੱਚ, ਉਹ ਇਹ ਬਣਦੀ ਜਾ ਰਹੀ ਹੈ ਕਿ ਜੇਕਰ ਇਸੇ ਤਰ੍ਹਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਹੋਵੇਗਾ ਤਾਂ ਇੱਕ ਤਰ੍ਹਾਂ ਸਿੱਧੇ ਤੌਰ ਤੇ ਬੀਜੇਪੀ ਦਾ ਹੀ ਇਸ ਦੇ ਵਿੱਚ ਫਾਇਦਾ ਕਿਤੇ ਨਾ ਕਿਤੇ ਨਜ਼ਰ ਆਉਂਦਾ। ਜੇਕਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਕਰ ਦਿੱਤਾ ਜਾ ਰਿਹਾ ਤਾਂ ਜੇਕਰ ਦੂਸਰੀਆਂ ਪਾਰਟੀਆਂ ਉਸ ਦੇ ਬਰਾਬਰ ਰੱਖਿਆ ਗਿਆ ਤਾਂ ਸਿੱਧੇ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਸਿੱਧੇ ਤੌਰ ਤੇ ਬੀਜੇਪੀ ਦਾ ਹੀ ਫਾਇਦਾ ਹੋਊਗਾ। ਇਸੇ ਦੇ ਲਈ ਕੁਝ ਜਿਹੜੇ ਹੈਗੇ ਨੇ ਬੁੱਧੀਜੀਵੀ, ਉਹਨਾਂ ਨੇ ਆਪਣੇ ਇਸ ਫੈਸਲੇ ਨੂੰ ਜੋ ਜਥੇਬੰਦੀਆਂ ਦਾ ਉਹ ਤੇ ਮੁੜ ਗੌਰ ਫਰਮਾਉਣ ਦੀ ਅਪੀਲ ਵੀ ਕੀਤੀ ਹੈ ਕਿ ਇਸੇ ਤਰ੍ਹਾਂ ਤੁਸੀਂ ਸਿੱਧੇ ਤੌਰ ਤੇ ਜਿਹੜੀ ਬੀਜੇਪੀ ਦਾ ਸਮਰਥਨ ਜਿਹੜਾ ਹੈਗਾ ਪੂਰਦੇ ਨਜ਼ਰ ਆਉਣੇ ਆ। ਇਸੇ ਲਈ ਤੁਹਾਨੂੰ ਵੀ ਚਾਹੀਦਾ ਕਿ ਇਸ ਫੈਸਲੇ ਤੇ ਮੁੜ ਗੌਰ ਕੀਤੀ ਜਾਵੇ ਔਰ ਜੋ ਖੇਤੀ ਕਾਨੂੰਨਾਂ ਦੇ ਖਿਲਾਫ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਸਮਰਥਨ ਕਰਦੀਆਂ ਨੇ ਪਾਰਟੀ ਖੇਤੀ ਕਾਨੂੰਨਾਂ, ਉਹਨਾਂ ਦਾ ਵਿਰੋਧ ਕੀਤਾ ਜਾਵੇ, ਕਿਉਂਕਿ ਕਿਤੇ ਨਾ ਕਿਤੇ ਜੇਕਰ ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਦਾ ਵਿਰੋਧ ਹੋਵੇਗਾ ਤਾਂ ਘਰ ਵਿੱਚ ਬੀਜੇਪੀ ਨੂੰ ਜਿਹੜੀ ਹੈਗੀ ਆ ਸਿੱਧੇ ਤੌਰ ਤੇ ਸਮਰਥਨ ਮਿਲੇਗਾ ਔਰ ਬੀਜੇਪੀ ਸ਼ਾਇਦ ਇਹੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣੇ ਜਿਸ ਨੂੰ 2022 ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਹੋਇਆ ਮਿਲਦਾ ਹੋਇਆ ਨਜ਼ਰ ਆਵੇ। ਠੀਕ ਹੈ, ਬੇਹਦ ਸ਼ੁਕਰੀਆ ਰਮਨ ਇਸ ਸਾਰੀ ਖਬਰ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ। ਤਾਂ ਵੇਖਣਾ ਹੋਵੇਗਾ ਕਿ ਹੁਣ ਕੀ ਵਾਕਈ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਹੁਣ ਫੈਸਲਾ ਇਸ ਸੰਬੰਧੀ ਲਿਆ ਜਾਂਦਾ ਹੈ ਜਾਂ ਫਿਰ ਨਹੀਂ। ਪਰ ਉਗਰਾਹਾਂ, ਜੋਗਿੰਦਰ ਸਿੰਘ ਉਗਰਾਹਾਂ ਨੇ ਤਾਂ ਕਹਿ ਦਿੱਤਾ ਕਿ ਸਿਰਫ ਬੀਜੇਪੀ ਦਾ ਹੀ ਵਿਰੋਧ ਹੋਣਾ ਚਾਹੀਦਾ ਹੈ। ਜੇਕਰ ਬੀਜੇਪੀ ਤੋਂ ਇਲਾਵਾ ਹੋਰ ਪਾਰਟੀਆਂ ਦਾ ਵਿਰੋਧ ਹੁੰਦਾ ਤਾਂ ਇਸ ਦਾ ਫਾਇਦਾ ਬੀਜੇਪੀ ਨੂੰ ਹੀ ਮਿਲੇਗਾ।